ਮੁਤਾਬਕ ਪਵਿੱਤਰ ਸ਼ਬਦ ਦਾ ਪਾਠ ਸਰਵਣ ਕੀਤਾ ਜੀ। ਆਓ ਮਨੋਬਿਰਤੀਆਂ ਗੁਰੂ ਚਰਨਾਂ ਨਾਲ ਜੋੜਦੇ ਹੋਏ ਗੁਰੂ ਚਰਨਾਂ ਵਿਖੇ ਲਵਾਈਏ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੀਏ ਬੁਲੰਦ, ਉਪਰੰਤ ਬਾਣੀ ਦੇ ਵਿਚਾਰ ਨਾਲ ਜੁੜਨਾ ਕਰਾਂਗੇ। ਗੱਜ ਕੇ ਆਖੀਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਝ ਮਹਲਾ ਤੀਜਾ। ਮੇਰਾ ਪ੍ਰਭ ਨਿਰਮਲ ਅਗਾਮੇ ਅਪਾਰਾ, ਬਿਨ ਤਕੜੀ ਤੋਲੈ ਸੰਸਾਰਾ। ਮੇਰਾ ਪ੍ਰਭ ਨਿਰਮਲ ਅਗਮੇ ਅਪਾਰਾ, ਬਿਨ ਤਕੜੀ ਤੋਲੈ ਸੰਸਾਰਾ। ਗੁਰਮੁਖ ਹੋਵੈ ਸੋਈ ਬੁਝੈ, ਗੁਣ ਕਹਿ ਗੁਣੀ ਸਮਾਵਣਿਆ। ਹਾਂ ਵਾਰੀ ਜੀਉ ਵਾਰੀ, ਹਰ ਕਾ ਨਾਮ ਮਨ ਵਸਾਵਣਿਆ। ਜੋ ਸਚ ਲਾਗੇ ਸਿਆਣ ਦਿਨ ਜਾਗੇ, ਦਰ ਸੱਚੈ ਸ਼ੋਭਾ ਪਾਵਣਿਆ। ਜੋ ਸੱਚ ਲਾਗੇ ਸਿਆਣ ਦਿਨ ਜਾਗੇ, ਦਰ ਸੱਚੈ ਸ਼ੋਭਾ ਪਾਵਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ, ਗੁਰੂ ਸਵਾਰੇ, ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਭਰਦੇ ਹੋਏ ਪਵਿੱਤਰ ਬਾਣੀ ਦੀ ਵਿਚਾਰ ਨਾਲ ਜੁੜਨਾ ਕਰੀਏ ਜੀ। ਜੋ ਆਪ ਜੀ ਨੇ ਪਵਿੱਤਰ ਸ਼ਬਦ ਸਰਵਣ ਕੀਤਾ, ਰਾਗ ਮਾਝ ਮਹੱਲਾ ਤੀਜਾ, ਤੀਸਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਇਹ ਬਚਨ, ਜੋ ਰਾਗ ਮਾਝ ਵਿਖੇ 110 ਅੰਗ ਉੱਪਰ ਸੁਭਾਏਮਾਨ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦਾ ਅੱਜ ਸੰਪੂਰਨਤਾ ਦਿਵਸ ਵੀ ਹੈ। ਸਰਬਤ ਸੰਗਤਾਂ ਨੂੰ ਵਧਾਈਆਂ ਹੋਵਨ। ਆਓ ਪਵਿੱਤਰ ਸ਼ਬਦ ਦੀ ਵਿਚਾਰ ਨਾਲ ਜੁੜੀਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਸ ਪਵਿੱਤਰ ਸ਼ਬਦ ਰਾਹੀਂ ਕੀ ਬਖਸ਼ਿਸ਼ ਕਰਦੇ ਹਨ। ਮਾਝ ਮਹੱਲਾ ਤੀਜਾ। ਮੇਰਾ ਪ੍ਰਭ ਨਿਰਮਲ ਅਗੰਮ ਅਪਾਰਾ। ਜਿਸ ਵੇਲੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਇਹ ਸ਼ਬਦ ਉਚਾਰਨ ਕਰਦੇ ਹਨ, ਜਦੋਂ ਉਹ ਗੁਰੂ ਵਾਲੇ ਬਣੇ ਅਤੇ ਗੁਰੂ ਵਾਲੇ ਬਣ ਕੇ ਫਿਰ ਗੁਰਤਾ ਗੱਦੀ ਪ੍ਰਾਪਤ ਹੋਈ, ਅਤੇ ਫਿਰ ਉਹਨਾਂ ਨੂੰ ਜੋ ਬ੍ਰਹਮ ਗਿਆਨ ਬਖਸ਼ਿਸ਼ ਕੀਤਾ ਦੂਸਰੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ, ਕਿ ਪਰਮੇਸ਼ਰ ਕੈਸਾ ਹੈ। ਉਸ ਤੋਂ ਭਾਵੇਂ ਪਹਿਲਾਂ 60-65 ਸਾਲ ਤੀਰਥਾਂ ਦੀ ਯਾਤਰਾ ਕਰਦੇ ਰਹੇ, ਪਰ ਜਦੋਂ ਅਸਲੀ ਗੱਲ ਦੀ ਸਮਝ ਆਈ ਤੇ ਫਿਰ ਪਤਾ ਲੱਗਿਆ ਕਿ ਸ੍ਰਿਸ਼ਟੀ ਨੂੰ ਕੌਣ ਚਲਾਉਂਦਾ, ਕਿਵੇਂ ਚੱਲਦੀ ਹੈ।
ਤਾਂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਪਿਛਲੇ ਸ਼ਬਦ ਵਿੱਚ ਬਖਸ਼ਿਸ਼ ਕਰ ਰਹੇ ਸੀ ਗੁਰ ਸੇਵਾ ਤੇ ਸਦਾ ਸੁਖ ਪਾਇਆ, ਹਉਮੈ ਮੇਰਾ ਠਾਕਰ ਹਾਇਆ। ਗੁਰ ਸਾਖੀ ਮਿਟਿਆ ਅੰਧਿਆਰਾ, ਬੱਜਰ ਕਪਾਟ ਖੁਲਾਵਨਿਆ। ਬੱਜਰ ਕਪਾਟ ਹੁੰਦਾ ਬਹੁਤ ਭਾਰੀ ਗੇਟ। ਤੇ ਕਿਹੜਾ ਗੇਟ ਹੈ ਭਾਰੀ? ਭਰਮਾਂ ਦਾ, ਵਹਿਮਾਂ ਦਾ, ਜਿਹੜਾ ਸੰਸਾਰ ਦੇ ਵਿੱਚ ਅਖੌਤੀ ਧਰਮ ਦੇ ਮੁਖੀ ਲੋਕਾਂ ਨੇ ਮਨੁੱਖ ਦੇ ਦਿਮਾਗ ਵਿੱਚ ਪਾ ਦਿੱਤਾ। ਬਹੁਤ ਸਾਰੇ ਐਸੇ ਕਰਮ ਕਾਂਡ, ਰੀਤੀ ਰਿਵਾਜ ਚਲਾ ਦਿੱਤੇ ਜਿਨ੍ਹਾਂ ਦਾ ਮਰਜ਼ੀ ਜਿੰਨਾ ਪ੍ਰਚਾਰ ਕਰ ਲਓ, ਬੰਦਾ ਫਿਰ ਵੀ ਡਰਦਾ ਹੋਇਆ ਉਹਨਾਂ ਨੂੰ ਮਨਾਈ ਜਾਂਦਾ, ਭੁੱਲਦਾ ਹੀ ਨਹੀਂ ਗਾ, ਛੱਡਦਾ ਹੀ ਨਹੀਂ ਗਾ। ਇਸੇ ਕਰਕੇ ਸਤਿਗੁਰੂ ਇਸ ਨੂੰ ਬੱਜਰ ਕਪਾਟ ਕਹਿੰਦੇ ਆ। ਮਸਾਂ ਖੁੱਲ੍ਹਦਾ ਹੈ, ਗੁਰੂ ਦੀ ਕਿਰਪਾ ਨਾਲ ਸਮਝ ਆਉਂਦੀ ਆ। ਤਾਂ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਜਦੋਂ ਗੁਰੂ ਨੇ ਸੇਵਾ ਬਖਸ਼ੀ, ਜਿਹੜਾ ਮੇਰੇ ਅੰਦਰ ਹੰਕਾਰ ਸੀ ਸੰਸਾਰ ਦੇ ਗਿਆਨ ਦਾ, ਸੰਸਾਰ ਦੀ ਗੰਗਾ ਦੀ ਯਾਤਰਾ ਦਾ, ਆਪਣੇ ਆਪ ਨੂੰ ਬਹੁਤਾ ਸਿਆਣਾ ਸਮਝਦਾ ਸੀ, ਉਹ ਸਭ ਖਤਮ ਹੋ ਗਿਆ। ਕਿਉਂਕਿ ਮੈਂ ਇਹ ਸੋਚਦਾ ਹਾਂ ਕਿ ਸ਼ਾਇਦ ਮੈਂ ਹੀ ਬਹੁਤ ਵੱਡਾ ਗਿਆਨੀ ਹਾਂ, ਪਰ ਪਰੇ ਤੋਂ ਪਰੇ ਦੁਨੀਆ ਪਈ ਹੈ। ਤਾਂ ਮਨੁੱਖ ਨੂੰ ਆਪਣੀ ਕਿਸੇ ਨਾ ਕਿਸੇ ਵਸਤੂ ਦਾ, ਕਿਸੇ ਪਦਵੀ ਦਾ, ਸਰੀਰ ਦਾ ਹੰਕਾਰ ਹੋ ਜਾਂਦਾ। ਪਰ ਜਦੋਂ ਪਰਮੇਸ਼ਰ ਉਹ ਹੰਕਾਰ ਤੋੜਦਾ, ਫਿਰ ਸਮਝ ਆਉਂਦੀ ਹੈ ਵੀ ਨਹੀਂ, ਮੈਥੋਂ ਵੀ ਪਰੇ ਹੋਰ ਬਥੇਰੇ ਇਦੋਂ ਵੀ ਚੰਗੇ ਪਏ ਨੇ। ਤਾਂ ਪਾਤਸ਼ਾਹ ਕਹਿੰਦੇ, ਜਦੋਂ ਗੁਰੂ ਸਾਖੀ, ਜਦੋਂ ਗੁਰੂ ਦੇ ਕੋਲ ਬੈਠਾ ਮੈਂ, ਮਿਟਿਆ ਅੰਧਿਆਰਾ, ਬੱਜਰ ਕਪਾਟ ਖੁਲਾਵਣਿਆ। ਜਿਹੜਾ ਮੇਰੇ ਦਿਮਾਗ ਦਾ ਬੱਜਰ, ਬੱਜਰੀ ਦਾ ਜਿਵੇਂ ਲੈਂਟਰ ਬੱਜਰ ਕਿੰਨਾ ਭਾਰੀ ਆ, ਇਸੇ ਤਰ੍ਹਾਂ ਜਿਹੜਾ ਮੇਰੇ ਦਿਮਾਗ ਦੇ ਵਿੱਚ ਭਰਮਾਂ ਭੁਲੇਖਿਆਂ ਦਾ, ਅਗਿਆਨਤਾ ਦਾ ਗੇਟ ਸੀਗਾ, ਉਹ ਗੁਰੂ ਨੇ ਭੰਨ ਦਿੱਤਾ, ਤੋੜ ਦਿੱਤਾ। ਹਉਮੈ ਮਾਰ ਮਨ ਵਸਾਇਆ, ਗੁਰਚਰਨੀ ਸਦਾ ਚਿੱਤ ਲਾਇਆ। ਹੰਕਾਰ ਨੂੰ ਮਾਰ ਕੇ ਹਿਰਦੇ ਵਿੱਚ ਹਰੀ ਵਿਖਾ ਦਿੱਤਾ। ਹੁਣ ਮੈਂ ਹਮੇਸ਼ਾ ਉਹਦੇ ਨਾਲ ਜੁੜਦਾ ਹਾਂ। ਤਾਂ ਅੱਗੇ ਸਵਾਲ ਪੈਦਾ ਹੋਇਆ ਵੀ ਮਹਾਰਾਜ ਤੁਸੀਂ ਦੇਖਿਆ ਤੇ ਉਹ ਕਿਹੋ ਜਿਹਾ ਹੈ? ਸਿੱਖ ਬੇਨਤੀ ਕਰਦੇ, ਮਹਾਰਾਜ ਤੁਸੀਂ ਤਾਂ ਵੇਖ ਲਿਆ, ਉਹ ਕਿਹੋ ਜਿਹਾ ਹੈ? ਸਾਡੇ 'ਤੇ ਵੀ ਕਿਰਪਾ ਕਰੋ, ਸਾਨੂੰ ਵੀ ਦੱਸੋ। ਤਾਂ ਅੱਜ ਦੇ ਸ਼ਬਦ ਵਿੱਚ ਪਾਤਸ਼ਾਹ ਫਿਰ ਅਗਲੀ ਗੱਲ ਕਰਦੇ ਆ, ਸਿੱਖੋ ਮੇਰਾ ਪ੍ਰਭ ਨਿਰਮਲ ਅਗੰਮ ਅਪਾਰ। ਉਹ ਜਿਹੜਾ ਪਰਮੇਸ਼ਰ ਆ ਉਹ ਪਰੇ ਤੋਂ ਪਰੇ ਹੈ। ਹਿੰਦੂ ਮੱਤ ਵਿੱਚ ਲੋਕਾਂ ਨੇ ਵੈਸੇ ਤਾਂ 33 ਕਰੋੜ ਦੇਵੀ ਦੇਵਤੇ ਮੰਨੇ ਆ, ਪਰ 3 ਵੱਡੇ ਮੰਨੇ ਆ ਜਿਨ੍ਹਾਂ ਨੂੰ ਇਹ ਰੱਬ ਕਹਿੰਦੇ ਆ, ਬਰਮਾ, ਵਿਸ਼ਨੂੰ, ਮਹੇਸ਼। ਪਰ ਇਹਨਾਂ ਉੱਤੇ ਜਿਹਦਾ ਹੁਕਮ ਚੱਲਦਾ ਉਹਦੇ ਬਾਰੇ ਗੁਰੂ ਨਾਨਕ ਨੇ ਦੱਸਿਆ, ਇਹ ਵੀ ਉਹਦੇ ਹੁਕਮ ਅੰਦਰ ਹੈ। ਹੁਕਮ ਹੀ ਹੁਕਮ ਚਲਾਏ ਰਾਹੋ। ਜਾਂ ਜਿਨ੍ਹਾਂ ਨੇ ਇਹਨਾਂ ਨੂੰ ਪੈਦਾ ਕੀਤਾ ਉਹ ਕੌਣ ਹੈ? ਏਕਾ ਮਾਈ ਜੁਗਤ ਵਿਆਈ, 3 ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਤਾਂ ਉਹ ਪਰਮੇਸ਼ਰ ਨੇ ਇਹਨਾਂ ਨੂੰ ਪ੍ਰਗਟ ਕੀਤਾ, ਇਹਨਾਂ ਤੋਂ ਕੰਮ ਕਰਵਾ ਰਿਹਾ। ਇਹ ਕਰਿੰਦੇ ਹੈ ਪਰਮੇਸ਼ਰ ਦੇ। ਇਹ ਠੀਕ ਹੈ ਕਿ ਜਿੰਨੀ ਕਿਸੇ ਦੀ ਮੱਤ ਹੈ ਓਨੀ ਕੋ ਉਹ ਦੱਸ ਦਿੰਦਾ। ਆਪ ਆਪਣੀ ਬੁੱਧ ਹੈ ਜੇਤੀ, ਬਰਨਤ ਭਿੰਨ ਭਿੰਨ ਤੋਹਿ ਤੇਤੀ। ਹੇ ਪਰਮੇਸ਼ਰ, ਤੂੰ ਤਾਂ ਬੜਾ ਵਿਸ਼ਾਲ ਹੈ, ਪਰ ਸੰਸਾਰ ਦੇ ਲੋਕਾਂ ਨੂੰ ਜਿੰਨੀ ਕੁ ਤੂੰ ਬੁੱਧੀ ਬਖਸ਼ੀ ਹੈ ਓਨਾ ਕੁ ਤੈਨੂੰ ਵਰਣਨ ਕਰੀ ਜਾਂਦੇ ਆ। ਵੈਸੇ ਤੁਮਰਾ ਲੱਖਾ ਨਾ ਜਾਏ ਪਸਾਰਾ, ਤੂੰ ਬੜਾ ਵਿਸ਼ਾਲ ਹੈ, ਬੜਾ ਬੇਅੰਤ ਹੈ। ਤੇਰਾ ਪਸਾਰਾ ਇਹ ਕੁਦਰਤ ਵੀ ਪੂਰੀ ਜਾਣੀ ਨਹੀਂ ਜਾ ਸਕਦੀ। ਪਰਮੇਸ਼ਰ ਤਾਂ ਜਾਣਨ ਦੀ ਗੱਲ ਫੇਰ ਕਰੀਏ, ਪਹਿਲਾਂ ਉਹਦੇ ਬਣਾਏ ਹੋਇਆਂ ਨੂੰ ਜਾਣ ਲਓ। ਜੜੀਆਂ ਬੂਟੀਆਂ, ਬਨਸਪਤੀ ਵਿੱਚ ਕਿੰਨੇ ਤਰ੍ਹਾਂ ਦਾ ਸਮਾਨ ਪਿਆ, ਕਿੰਨੇ ਤਰ੍ਹਾਂ ਦੇ ਫੁੱਲ ਹਨ, ਕਿੰਨੇ ਤਰ੍ਹਾਂ ਦੇ ਫਲ ਹਨ, ਕਿੰਨੇ ਤਰ੍ਹਾਂ ਦੇ ਪੌਦੇ ਹਨ। ਫਿਰ ਜਲ ਜੰਤੂਆਂ ਵੱਲ ਚਲੇ ਜਾਓ, ਪਾਣੀ ਵਿੱਚ ਰਹਿਣ ਵਾਲੇ ਕਿੰਨੇ ਤਰ੍ਹਾਂ ਦੇ ਜੀਵ ਜੰਤੂ ਹੈ, ਕਿਸੇ ਨੂੰ ਨਹੀਂ ਪਤਾ। ਧਰਤੀ 'ਤੇ ਰੀਂਗਣ ਵਾਲੇ, ਚੱਲਣ ਵਾਲੇ, ਭੱਜਣ ਵਾਲੇ, ਦੌੜਨ ਵਾਲੇ ਕਿਤਨੇ ਜੀਵ ਜੰਤੂ ਹੈ,
ਕਿਸੇ ਨੂੰ ਪੂਰਾ ਗਿਆਨ ਨਹੀਂ ਹੋਇਆ ਹਜੇ ਤੱਕ। ਇਸ ਕਰਕੇ ਇੱਥੇ ਸਤਿਗੁਰੂ ਪਾਤਸ਼ਾਹ ਕਹਿੰਦੇ ਤੁਮਰਾ ਲੱਖਾ ਨਾ ਜਾਏ ਪਸਾਰਾ। ਤੇ ਨਾਲੇ ਜਦੋਂ ਤੂੰ ਬਣਾਇਆ ਇਹਦੇ ਬਾਰੇ ਵੀ ਕਿਸੇ ਨੂੰ ਨਹੀਂ ਪਤਾ। ਕਿਸੇ ਵਿੱਚ ਸਜਾ ਪ੍ਰਥਮ ਸੰਸਾਰਾ, ਜਦੋਂ ਤੂੰ ਦੁਨੀਆ ਬਣਾਈ ਉਹ ਕਿਵੇਂ ਬਣਾਈ, ਜਦੋਂ ਤੂੰ ਸ੍ਰਿਸ਼ਟੀ ਬਣਾਈ ਉਹ ਕਿਵੇਂ ਬਣਾਈ, ਕਿਸੇ ਨੂੰ ਨਹੀਂ ਪਤਾ। ਧੰਨ ਗੁਰੂ ਨਾਨਕ ਦੇਵ ਜੀ ਜਪਜੀ ਸਾਹਿਬ 'ਚ ਲਿਖਦੇ ਹਨ, ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਨ। ਨਾ ਤਾਂ ਕਾਜ਼ੀਆਂ ਨੂੰ ਪਤਾ ਲੱਗਿਆ, ਜੇ ਪਤਾ ਹੁੰਦਾ ਆਪਣੇ ਧਾਰਮਿਕ ਗ੍ਰੰਥ ਕੁਰਾਨ ਵਿੱਚ ਲਿਖ ਦਿੰਦੇ। ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ। ਜੇ ਪੰਡਤਾਂ ਨੂੰ ਪਤਾ ਲੱਗ ਜਾਂਦਾ ਵੀ ਦੁਨੀਆ ਕਿਵੇਂ ਬਣੀ ਤੇ ਫਿਰ ਆਪਣੇ ਵੇਦਾਂ ਪੁਰਾਣਾਂ ਵਿੱਚ ਜ਼ਰੂਰ ਲਿਖ ਦਿੰਦੇ। ਉਹ ਭਾਵ ਨਹੀਂ ਮਿਲਿਆ ਕਿਤੋਂ ਲਿਖਿਆ ਹੋਇਆ, ਇਹਦਾ ਮਤਲਬ ਕਿਸੇ ਨੂੰ ਪਤਾ ਹੀ ਨਹੀਂ ਸੀਗਾ। ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ। ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਨ। ਥਿਤ ਵਾਰ ਨਾ ਜੋਗੀ ਜਾਣਾ ਰੁੱਤ ਮਾਹੋ ਨਾ ਕੋਈ। ਉਹ ਕੀ ਸਮਾਂ ਸੀ, ਕੀ ਤਿੱਥ ਸੀ, ਕੀ ਵਾਰ ਸੀ, ਕੀ ਰੁੱਤ ਸੀ ਕਿਹੜੀ ਜਦੋਂ ਦੁਨੀਆ ਬਣੀ। ਇਹ ਤਾਂ ਕਹਿੰਦੇ ਜਾਂ ਕਰਤਾ ਸਿਰਠੀ ਕੋ ਸਾਜੇ ਆਪੇ ਜਾਣੈ ਸੋਈ। ਇਹ ਤਾਂ ਜਿਹਨੇ ਬਣਾਈ ਹੈ ਉਹ ਹੀ ਜਾਣਦਾ। ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਉਸ ਵਿਸ਼ਾਲ ਪਰਮੇਸ਼ਰ ਦੀ ਜੋ ਕਿ ਸ੍ਰਿਸ਼ਟੀ ਦੇ ਵਿੱਚ ਸਮਾਇਆ ਹੋਇਆ, ਆਲ ਵਰਲਡ ਤੱਕ ਫੈਲਿਆ ਹੋਇਆ ਹੈ, ਸਾਡੇ ਮਨ ਤੇ ਬੁੱਧੀ ਤੋਂ ਪਰੇ ਹੈ। ਜਿੱਥੇ ਸਾਡੀ ਬੁੱਧੀ ਪਹੁੰਚਦੀ ਨਹੀਂ ਉਦੋਂ ਵੀ ਉਹ ਪਰੇ ਹੈ। ਇਸੇ ਕਰਕੇ ਉਹਨੂੰ ਕਿਹਾ ਅਗੰਮ। ਜਿੱਥੇ ਜਾ ਕੇ ਸਾਡੀ ਬੁੱਧੀ ਦਾ ਰਸਤਾ ਖਤਮ ਹੋ ਜਾਂਦਾ ਉਦੋਂ ਅੱਗੇ ਉਹ ਸ਼ੁਰੂ ਹੁੰਦਾ। ਤਾਂ ਤੀਜੇ ਪਾਤਸ਼ਾਹ ਜੀ ਕਹਿੰਦੇ ਮੇਰਾ ਪ੍ਰਭ ਅਗੰਮ, ਮੇਰਾ ਪ੍ਰਭ ਨਿਰਮਲ, ਉਹ ਪਵਿੱਤਰ ਹੈ। ਅਗੰਮ ਪਰੇ ਤੋਂ ਪਰੇ ਹੈ, ਅਪਾਰਾ ਬੜਾ ਬੇਅੰਤ ਹੈ। ਪਾਰਾਵਾਰ ਜਿਸ ਦੇ ਬਾਰੇ ਚਲੋ ਆਪਾਂ ਨੂੰ ਪਤਾ ਲੱਗ ਜੇ ਵੀ ਉਰਲੇ ਪਾਸੇ ਸਰੋਵਰ ਦਾ ਕਿਨਾਰਾ ਦਿਖਾਈ ਦਿੰਦਾ, ਪਰਲਾ ਉਹ ਸਾਹਮਣੇ ਦਿਸਦਾ। ਇਹ ਤੰਤ ਪਾ ਲਿਆ ਆਪਾਂ। ਸਮੁੰਦਰ ਦਾ ਕਿਨਾਰਾ ਜਿਵੇਂ ਦੂਜਾ ਦਿਖਾਈ ਨਹੀਂ ਦਿੰਦਾ, ਸਾਗਰ ਦਾ ਕਿਨਾਰਾ। ਚਲੋ ਖੈਰ ਕੋਈ ਲੋਕ ਉਹ ਜਹਾਜ਼ 'ਤੇ ਚੜ੍ਹ ਕੇ ਦੂਜਾ ਕਿਨਾਰਾ ਸਮੁੰਦਰ ਦਾ ਵੀ ਲੱਭ ਲੈਂਦੇ ਆ, ਪਰ ਪਰਮੇਸ਼ਰ ਦਾ ਦੂਜਾ ਪਾਸਾ ਦਿਖਾਈ ਨਹੀਂ ਦਿੰਦਾ। ਕਹੋ ਸਤਿਨਾਮ ਸਿੰਘ, ਉਹ ਬੜਾ ਵਿਸ਼ਾਲ ਹੈ, ਨਿਰਮਲ ਹੈ, ਉਹਨੂੰ ਕੋਈ ਮੈਲ ਨਹੀਂ ਹੈ, ਉਹ ਮੈਲਾਂ ਤੋਂ ਰਹਿਤ ਹੈ। ਸਾਨੂੰ ਮੈਲਾਂ ਲੱਗੀਆਂ ਪੰਜਾਂ ਵਿਕਾਰਾਂ ਦੀਆਂ, ਈਰਖਾ, ਦੋਈ, ਵੈਰ, ਚੁਗਲੀ, ਨਿੰਦਿਆ ਦੀਆਂ। ਇਹ ਮੈਲਾਂ ਸਾਰੀਆਂ ਜਨਮ ਜਨਮ ਕੇ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸ਼ਿਆਹ। ਹੁਣ ਜਿਹੜਾ ਮੈਲਾ ਹੈ ਉਹ ਨਿਰਮਲ ਵਿੱਚ ਕਿਵੇਂ ਮਿਲੇ? ਇਸ ਕਰਕੇ ਮੈਲੇ ਨੂੰ ਨਿਰਮਲ ਹੋਣਾ ਪਊਗਾ। ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧੈ ਕੋ ਜਾਵੋ। ਦੁੱਧ ਨਿਰਮਲ ਹੈ, ਉਹਨੂੰ ਪਾਉਣ ਵਾਸਤੇ ਭਾਂਡਾ ਵੀ ਸਾਫ਼ ਕਰਨਾ ਪੈਣਾ। ਪਰਮੇਸ਼ਰ ਨਿਰਮਲ ਹੈ ਤੇ ਬੰਦੇ ਨੂੰ ਨਿਰਮਲ ਹੋਣਾ ਪੈਣਾ। ਇਸ ਕਰਕੇ ਮੇਰੇ ਪ੍ਰੀਤਮ ਜੀ ਕਹਿੰਦੇ ਉਹ ਪਰਿਪੂਰਨ ਪਰਮੇਸ਼ਰ ਬੜਾ ਨਿਰਮਲ ਹੈ। ਤੇ ਜੀਵ ਨੂੰ ਵੀ ਨਿਰਮਲ ਹੋਣਾ ਪੈਣਾ। ਤੇ ਇਹ ਨਿਰਮਲ ਕਿਵੇਂ ਹੋ? ਗੁਰ ਕਿਰਪਾ ਤੇ ਨਿਰਮਲ, ਗੁਰੂ ਦੀ ਕਿਰਪਾ ਲੈ ਕੇ। ਗੁਰ ਕਿਰਪਾ ਤੇ ਮਨ ਤਾਂ ਨਿਰਮਲ, ਨਿਰਮਲ ਨਾਮ ਧਿਆਏ ਸਦਾ ਤੋਂ ਜੰਮਣ ਮਰਨ ਸਵਾਰਨੇ। ਉਸ ਨਿਰਮਲ ਪਰਮੇਸ਼ਰ ਨੂੰ ਸਿਮਰਨਾ ਹੈ ਤੇ ਸਿਮਰ ਸਿਮਰ ਕੇ ਅਸੀਂ ਨਿਰਮਲ ਹੋ ਸਕਦੇ ਹਾਂ। ਤੇ ਅਖੀਰ ਤੇ ਕੀ ਹੋ ਜਾਂਦਾ ਹੈ? ਹਰ ਕਾ ਸੇਵਕ ਸੋ ਹਰ ਜੇਹਾ ਭੇਦ ਨ ਜਾਣੋ ਮਾਨਸ ਦੇਹਾ। ਉਹ ਹਰੀ ਦੇ ਪਿਆਰੇ ਉਹਨੂੰ ਸਿਮਰਦੇ ਸਿਮਰਦੇ ਉਹਦਾ ਰੂਪ ਹੋ ਜਾਂਦੇ ਹੈ। ਭਾਵੇਂ ਕਿ ਪਰਮੇਸ਼ਰ ਦੀ ਕੋਈ ਦੇਹ ਨਹੀਂ, ਉਹ ਦੇਹ ਵਿੱਚ ਹੁੰਦੇ ਆ, ਪਰ ਫਿਰ ਵੀ ਕੋਈ ਫਰਕ ਨਹੀਂ ਰਹਿ ਜਾਂਦਾ। ਉਹ ਪਰਮੇਸ਼ਰ ਨਾਲ ਇੱਕਮਿਕ ਹੋ ਜਾਂਦੇ ਆ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਮੇਰਾ ਪ੍ਰਭ ਨਿਰਮਲ ਅਗਮ ਅਪਾਰਾ
मेरा परमेश्वर बड़ा पवित्र है, अगम अपार है। गुरबाणी नूं भी असीं कहने आ पवित्र बाणी। हिंदू मत वाले, अपना मुसलमान मत वाले कुरान नूं पवित्र कुरान कहते हैं, बाइबल वाले पवित्र बाइबल कहते हैं। भाव परमेश्वर पवित्र है तो उहदे बोल भी पवित्र हैं। तो जिहो जे बंदे दे बोल हुंदे आ, बंदा जीवन उहो जिहा हुंदा। जां बोलिया तां कढिया विचारा। जो बंदा बोलता है तो वो विचारों तो पता लगता है भी इसका जीवन किहो जिहा होवेगा। सतगुरु पातशाह जी कहते वो परमेश्वर जिहड़ा बड़ा निर्मल है, अगम है, परे तो परे है, अपार है, बड़ा बेअंत है। एड्डी वड्डी सृष्टि नूं महाराज किवें चलाउंदा। जिवें कहने आ पापां पुन्नां दा हिसाब किताब किवें लाउंदा हो साडा, किहड़ी तकड़ी आ उहदे कोले। पातशाह कहते तकड़ी कोई नहीं, बस उसकी दिव्य दृष्टि ऐसी है जिस तरह सानू हथ ते पिया औला दिखाई दिंदा है, साडे सारे कर्म नूं इदां ही दिसी जांदे आ। बिन तकड़ी तोले संसारा, तकड़ी तो बगैर ही संसार नूं जाणदा है। उहनूं तकड़ी दी लोड़, भाव बुद्धि दी लोड़ नहीं है। सानू तो बुद्धि की लोड़ है, असी बुद्धि वरतते हैं। परमेश्वर नूं किसी बुद्धि की लोड़ नहीं, क्योंकि वह तो बुद्धि तो भी परे है। उसनूं किसी तकड़ी की लोड़ नहीं। वो तो आपे कंडा तोल तराजी, आपे तोलणहारा। वो तो सब कुछ आप ही है। तकड़ी भी आप है, तोलण वाला भी आप है, तराजू छाबा भी आप है, सूई भी आप है। कंडा सूई जिहड़ी तकड़ी उत्ते सूई लगी उहनूं कंडा कहंदे आ। आ कंडे नूं कंडा इसे करके कहा जाता कि उत्ते तिखी सूई दसदी आ वध घट। तां गुरु प्यारिओ, आपे कंडा तोल तराजी, आपे तोलणहारा, आपे देखै आपे बूझै, आपे है वणजारा। कल्ले कल्ले दे विचों बैठा है ते कल्ले कल्ले दा हिसाब ला रहा है। ते मन जिहड़ा जीव जिहड़ा है, मनुख जिहड़ा उहनूं बाहरों लभदा फिरदा है। बंदा जिहड़ा है उहनूं बाहरों भालदा फिरदा, इस करके वह बाहरों लभदा नहीं, क्योंकि अंदर बैठा। दुनिया बाहर चल पई। अंधला नीत जात परदेसी, खिन आवे तिल जावे, ताकि संगत नानक रहिंदा, क्यों कर मूड़ा पावै। वो परिपूर्ण परमेश्वर परमात्मा जिहड़ा है वो सब दे नाल रहिंदा है, पर यह बंदा बाहरों भालदा। सतगुरु पातशाह जी बख्शिश करते हैं कि मेरा जिहड़ा प्रभु परमेश्वर है, गुरु अमरदास महाराज जी कहते निर्मल है, परे तो परे है, बेअंत है। उन्होंने तकड़ी की लोड़ नहीं, उन्होंने किसी नूं पुछण की लोड़ नहीं। उसनूं किसी का लेखा जोखा करने वास्ते पुछण की लोड़ नहीं। उन तो चित्रगुप्त रखे आ। चित्रगुप्त मतलब CCTV कैमरा। जिवें किसी चोर नूं मनाउणा होवे ते उहदी वीडियो बन जाए कैमरे च चोरी करदे दी, फिर उहनूं कहण दी लोड़ तां नहीं ना भी दस तूं चोरी कीती कि नहीं कीती। उहदे मूहरे फिल्म कढ के रख दिंदे आ भी आ देख आ कौन है, तेरा मूँह है ये, कहो सतनाम तेरी शक्ल है। मनना पैंदा। तो जिहड़ा पुराने समयां दे लोकां ने चित्रगुप्त कहा, शायद वो CCTV कैमरा ही आ, पर कैमरे तो हुण बने आ। परमेश्वर ने तो सारियां दे विच पहले फिट कर छड्डिया। जो बंदा करदा इहदे अंदर इहदी सुरत विच फीड होई जांदा। जदों आत्मा जांदी आ परमेश्वर कोले ते इसे दे अंदरों खोल के इहनूं विखा दिंदा भी आ की करके आया भाई, क्या त्यां खटिया, क्या तैं खटिया, कहाँ गवाया, चलो सिताब दीवान बुलाया, हर फरमान दरगह का आया। एक पटवारी नूं जमदूत लैण आए, कहंदे चल बई चल गए, चल के दस परमेश्वर नूं जिंदगी विच की खटिया की गवाया।
वो पटवारी कहन लग्या यार ठहरो, क्यों? कहने कुछ पिंडा का मामला इकट्ठा करने वाला रहिंदा हजे। कहो सतनाम सिंह क्या तैं खटिया कहाँ गवाया, चलो सिताब दीवान बुलाया, हर फरमान दरगह कै आया। तो अगों कहंदा जीव कहंदा करो अरदास गाम किछ बाकी लेहो नवेर आज की राती। कहंदे एक रात दे दो, मैं राते रात सारा मामला इकट्ठा कर लवां, किछ भी खर्च तुम्हारा सारो, तुहानू भी थोड़ा विच दे दूंगा रिश्वत। दुनिया तो लैंदा दिंदा रहा रिश्वत, शायद सोचिया जमदूत भी रिश्वत लैके रुक जाणगे, पर नहीं। वो कहंदे तेरा पैसा उत्थे चलदा ही नहीं। इंडिया का पैसा कोई कनेडा लै जे तो उत्थे जाके रुपया चलदा ही नहीं गा। इस करके कहना करो अरदास गाव किछ वाकी लेहो नवेर आज की राती, किछ भी खर्च तुम्हारा सारो, अब की रात सराएं गुजारो, एक रात कट लो इत्थे। वो कहने भलिया ये सब बेकार है, मिट्टी है, किसी काम ने जो इकट्ठा करी जाना है, जिहड़ा इकट्ठा कर लिया वह भी काम लेना करेगा, वह भी काम दा नहीं। तू खड़ा हो तो चल, पर इन्ना चिर तां लाउंदी ने संघी मरोड़दे कढ़ के ते लैके तुर पैंदे आ। जित दिहाने धनवरी साहे लए लिखाए, मलक जे कन्नी सुनी दा मूँह दिखालै आए, जिंद ने माणी कढ़ गया हड्डां को कड़काए, साहे लिखे इन्ने सवास। हुण जे इहदी गिनती करिए सवासां दी अरब खरब नील पद्म, बस नील पद्म ते संख, संख ते जाके गिनती खत्म है। तां ते साडे सवासां दी गिनती नहीं हो सकती, तां उम्र गिन लई इन्ने साल दा हो गया, इन्ने महीनिਆਂ ਦਾ हो गया, इन्ने दिनां ਦਾ हो गया। दिन दे विच रात दे विच 24,000 सवास है, जिन्हें हिसाब लाउणा लाई चलो, पर हिसाब तो बाहर है गल। तो मेरे प्रीतम जी कहंदे भलिया वो परिपूर्ण परमेश्वर नूं किसी भी तकड़ी की लोड़ नहीं, वो तो सब नूं आप देख रहा है। जिन उपाई रंग रवाई बैठा वेखै बख अकेला, मेरा भ्रम निर्मल अगम अपारा, बिन तकड़ी तोलै संसारा, गुरमुख होवे सोई बूझे। इस गल नूं गुरु की किरपा नाल ही समझिया जानिया जा सकता है। जिहड़ा गुरु वाला बन जाता है उन्होंने समझ आउंदी है। गुण कह गुणी समावनिया, ते ओ परमेश्वर की सिफत करते हैं। सिफत किहदी कीती जाती है? जिहदी आपां नूं समझ ना आवे, जां साडे तो बहुत चंगा होवे असीं उहदी सिफत करते हैं, जां फिर हैरानीजनक होवे जिहदे वर्गा होर ना होवे। अदुੱਤੀ एक ओंकार, जिहड़ा एक ओंकार है अदुੱਤੀ, उहदे वर्गा दूसरा नहीं है। इस करके उस परमेश्वर की जेड़े समझ आ गई जिन्होंने, वो फिर सिफतां करते हैं। कवि जन धन धन श्री गुरु गोबिंद सिंह महाराज की सिफतां करते हैं। जब पौंटा साहिब विखे कवि दरबार आरंभ किया गुरु गोबिंद सिंह महाराज जी ने, और दरबार आरंभ करने तो बाद इन्हां दे कोल बहुत सारे कवि आउण लगे। पहला कवि इन्हां कोले भाई नंद लाल जी गोया आया, और सतगुरां ने फिर पौंटा साहब बहुत सारे कवियां नूं बुलाउणा, उन्हां कोलों परमेश्वर की सिफत सलाह सुननी, कविता सुननियां, तो फिर उन्होंने बहुत सारा धन दे के निवाजना। और वो कवि हैरान हो जाते भी गुरु साहब इन्नी माया दे देंदे जिहड़ी इन्होंने सोची भी नहीं हुंदी सी भी है यार इन्नी माया, इन्ना तो मैं कुछ कीता नहीं जिन्ना पातशाह दे जाते हैं। पर उन्हों की दरिया दिली सी। जिस तरह एक हंसराम नाम का कवि आया है, माड़कू जा कमज़ोर जा, जिन्हों किते कोई समा नहीं दिंदा सीगा कविता बोलण दा। ठीक, वो भी एक दिन गुरु साहब की महिमा सुन के ते पौंटा साहब पहुँच गया, आनंदपुर साहब पहुँच गया, जिथे भी चलता सी सिस्टम। संगत विच बैठा बहुत सारे कवियां दा इकट्ठ है दरबार दे विच। ये कवि भी आके विच बह गया, ते धन धन श्री गुरु गोबिंद सिंह महाराज जी की कृपा दृष्टि इस कवि ते पई। उठा लिया, कहते हाँ भी तू खड़ा हो।
खुश होया भी शुक्र है यार, मैंने तो कदे किसी ने कहे तो टाइम दिता, तो पातशाह ने तो आप ही सद लिया मैनू। खड़ा होके पातशाह जी के सामने आया। महाराज जी कहने सुना कुछ, कित्थों आया तू? कहना जी मैं इत्थों पहाड़ी इलाके च ही आया। कटौच के इलाके चों आया, जितों का कृपाल कटौचीया राजा। अच्छा की नाम है तेरा? बड़ा सोहना जवाब दिता। कहने जी गरीबां ने काहदे नाम हुंदे आ, नाम तो वड्डियां दे हुंदे आ, माया दे हुंदे आ, मेरा की नाम है जी? कहते नहीं फिर भी माँ प्यो ने की नाम रखा सीगा? कहते जी माँ प्यो ने तो बड़ा वड्डा नाम रखा, पर मैं कदे सुनिया नहीं। होता की नाम रखा सीगा? जी नाम तो मेरा हंस राम रखा सीगा, पर दुनिया तो मैनू हंसू हंसू कह के बुलाउंदी आ, कहो सतनाम। अच्छा कदे मैं दुनिया के मूँह चो हंस राम नहीं सुनिया, क्योंकि सियाणे कहते हैं ये माया दे नाम है, परसू परसा परसराम, माया तेरे तीन नाम। जिथे माया उथे परसराम जी, जिथे गरीबी है उथे परसूआ। गल सुन। तो इस तरह हंसराम कहना, मैनू किसी ने हंसराम कहा ही नहीं अज तक, मैंने तो हंसू हंसू कह के बुलाते हैं। धन गुरु गोबिंद सिंह जी कहते हंसराम जी कोई कविता सुनाओ। हैरान हो गया भी यार गुरु साहब मैंने मैनू जी भी कहला, हंसराम के नाल जी भी लाता। किन्नी खुशी उस वेले हंसराम नूं होई होवेगी जब गुरु साहब ने इन्ना प्यार किया। तो पातशाह जी ने जब कहा तो इस हंस राम ने पहला तो डंड बैठका कढ़नियाँ शुरू करतियाँ। हवा दे विच ऐदा मुक्के मारी जाता, कदे इधरों इधरों इधर इधरों। पातशाह कहने को सुना ये की करदा है? कहंदा जी ठहरो, पहला दो हथ ये नाल कर लवां। किहदे नाल? आ कंगाली नाल, गरीबी नाल। ये मैनू उठण नहीं दिंदी सीगी, ये मैनू उठण नहीं दिंदी सी। हुण मैं दसदा इहनूं कि हुण तैनूं भजना पैना है, क्योंकि मैं गुरु गोबिंद सिंह जी दे कोल आ गया तो ये हुंदियां तां गरीबी खड़ी नहीं सकती। कहो सतनाम। उठ वंजो किल विखो, भज जो पापो करता घर आया। हुण इस घर का मालक आप आ गया। शरीर का मालक है शब्द, इस्त्री का मालक है पति मनुख, काया का मालक है शब्द। आपां शब्द विचों पैदा होए हैं। जे शब्द नाल जुड़े रहिए तो साडी काया सौखी रहूगी, जे शब्द नाल नहीं जुड़ांगे फिर साडी काया औखी रहूगी। काया कामन सदा सुहेली, फिर बसै जिस नाले, फिर सच्चे ते सदा सुहागण, ते काया गुर का शब्द संभाले। वो स्त्री पति नाल खुश है, काया शब्द नाल जुड़ के खुश रहूगी। ये पति है। सारे हस रहे हैं, पर गुरु साहब समझ लिया कि गल ये सही है। ये गरीबी बंदे नूं दब लैंदी है। गुण भावें बंदे च किड्डा भी होवे, पर कई बारी गरीबी उहदे गुण नूं प्रगट नहीं होण दिंदी। तो अज हंस राम जी नूं सतगुरु पातशाह कहने सुनाओ फिर हंस राम जी कोई कविता। शाम के इतिहास में आप सारी कथा करते हैं, उत्थे सारा इतिहास दे विच लिखिया किस तरह कवियां ने सतगुरां की सिफत करनी। जिमें अज गुरु अमरदास जी सिफत करते हैं परमेश्वर की। मेरा प्रभ निर्मल अगम अपारा, बिन तकड़ी तोलै संसारा। गुरमुख होवे सोई बूझै, गुण कहे गुणी समा बनिया। जेड़े जेड़े उहदे गुण गाउंदे है उहदा रूप ही हो जाते हैं। जमना मरना कट के उहदे विच मिल जाते हैं। फिर हंस राम ने कवितावां सुनाउणियां शुरू कीतियां। एक पूरी हुई, बाबा जी कहने होर सुनाओ। पातशाह कहने होर सुना। उन्हें होर सुनाई। कहने होर सुना। कहने उस दिन 1.5 घंटे का दीवान उन्होंने कले हंसराम तो ही कथावां सुनिया, कवितावां सुनिया। उन्हें इन्नी सिफत की सतगुरां दी। तो जदों समाप्ति करन लगे तो पातशाह ने खजानची नूं सद लिया। तो खजानची नूं कहने भी गल सुन, खजाने च पैसे किन्ने का? उन्हें हिसाब ला के दसिया जी खजाने च माया पई है 18,000 चांदी का रुपया। अच्छा ऐं कर सारा थैलियां च पा लिया, खजाना खाली करके लिया।
ਸਾਰੇ ਹੈਰਾਨ। ਹੰਸਰਾਮ ਕਹਿੰਦਾ ਨਹੀਂ ਮਹਾਰਾਜ, ਇੰਨੀ ਮਾਇਆ ਮੈਂ ਕੀ ਕਰਨੀ ਆ, ਮੈਨੂੰ ਤਾਂ 5-4 ਰੁਪਈਏ ਬਥੇਰੇ ਆ। ਕਹੋ ਸਤਨਾਮ ਸ੍ਰੀ। ਕਹਿੰਦੇ ਨਹੀਂ ਨਹੀਂ। ਗੁਰੂ ਪਿਆਰਿਓ, ਸਤਿਗੁਰਾਂ ਨੇ ਉਸ ਹੰਸਰਾਮ ਨੂੰ 18,000 ਰੁਪਈਆ ਚਾਂਦੀ ਦਾ ਉਹਨਾਂ ਸਮਿਆਂ 'ਚ, ਜਿਹਦਾ ਅੱਜ 1 ਰੁਪਈਏ ਦਾ ਮੁੱਲ ਲਗਭਗ 600 ਹੋਣਾ। ਜੇ ਚਾਂਦੀ ਮਹਿੰਗੀ ਹੋਈ ਤਾਂ ਫਿਰ ਉਹ ਵੱਧ ਹੋਣਾ। ਉਸ ਵੇਲੇ 18,000 ਰੁਪਈਆ ਦਿੱਤਾ। ਖਜ਼ਾਨਚੀ ਨੇ ਲਿਆ ਕੇ ਮੂਹਰੇ ਧਰਤਾ ਦਰਬਾਰ 'ਚ। ਪਾਤਸ਼ਾਹ ਕਹਿੰਦੇ ਸਿੰਘੋ ਹੁਣ ਹਾਥੀ ਲਿਆਓ ਇੱਕ ਤਿਆਰ ਕਰਕੇ, ਹੌਦਾ ਪਾ ਕੇ ਉੱਤੇ। ਮਤਲਬ ਹਾਥੀ ਦੀ ਕਾਠੀ ਨੂੰ ਹੌਦਾ ਕਹਿੰਦੇ ਆ, ਜਿਵੇਂ ਮੰਜਾ ਮੂਧਾ ਮਾਰ ਕੇ ਰੱਖ ਲਈਏ ਆਪਾਂ, ਇੱਦਾਂ ਦਾ ਹੁੰਦਾ। ਹੌਦਾ ਪਾ ਕਰਕੇ ਲਿਆਂਦਾ ਗਿਆ। ਉਹ 18,000 ਦੀਆਂ ਥੈਲੀਆਂ ਹਾਥੀ 'ਤੇ ਰੱਖੀਆਂ ਅਤੇ ਹੰਸਰਾਮ ਨੂੰ ਹਾਥੀ 'ਤੇ ਬਿਠਾਇਆ ਅਤੇ ਨਾਲ 20-25 ਸਿੰਘਾਂ ਦਾ ਜਥਾ ਭੇਜਿਆ ਅਤੇ ਨਾਲ ਇੱਕ ਨਗਾਰਾ ਰੱਖਤਾ ਘੋੜੇ ਦੇ ਉੱਪਰ ਸਜਾ 'ਤੇ, ਛੋਟੇ ਨਗਾਰੇ 2। ਅਤੇ ਸਿੰਘਾਂ ਨੂੰ ਕਹਿੰਦੇ ਵੀ ਨਗਾਰਾ ਵਜਾਉਂਦੇ ਹੋਏ ਇਹਨੂੰ ਇਹਦੇ ਘਰੇ ਛੱਡ ਕੇ ਆਓ। ਕਹੋ ਸਤਨਾਮ ਸ੍ਰੀ। ਮੇਰੇ ਸਤਿਗੁਰੂ ਕੈਸੇ ਹੋਣਗੇ ਫਿਰ? ਕੋਈ ਅੰਤ ਨਹੀਂ। ਮੇਰਾ ਪ੍ਰਭ ਨਿਰਮਲ ਅਗੰਮ ਅਪਾਰਾ, ਬਿਨ ਤਕੜੀ ਤੋਲੇ ਸੰਸਾਰਾ। ਗੁਰਮੁਖ ਹੋਵੇ ਸੋਈ ਬੂਝੈ, ਗੁਣ ਕਹਿ ਗੁਣੀ ਸਮਾਵਣਿਆ। ਹਾਂ ਵਾਰੀ ਜੀਓ ਵਾਰੀ, ਹਰ ਕਾ ਨਾਮ ਮਨ ਵਸਾਵਣਿਆ। ਮੈਂ ਪਰਮੇਸ਼ਰ ਤੋਂ ਬਲਿਹਾਰੇ ਜਾਣਾ ਹੀ ਆ। ਮੈਂ ਉਹਦੇ ਸਿੱਖਾਂ ਤੋਂ ਵੀ ਬਲਿਹਾਰੇ ਜਾਣਾ ਜਿਨ੍ਹਾਂ ਦੇ ਹਿਰਦੇ ਵਿੱਚ ਉਹਦਾ ਨਾਮ ਰੱਖਿਆ ਹੋਇਆ, ਜਿਨ੍ਹਾਂ ਨੇ ਹਿਰਦੇ ਵਿੱਚ ਹਰੀ ਦੇ ਨਾਮ ਨੂੰ ਵਸਾਇਆ ਹੋਇਆ। ਸੇ ਸੱਚ ਲਾਗੇ, ਜੋ ਸੱਚ ਲਾਗੇ ਸੇ ਆਂਦਣ ਜਾਗੇ, ਦਰ ਸੱਚੈ ਸ਼ੋਭਾ ਪਾਵਣੀ। ਜਿਹੜੇ ਉਹ ਸੱਚ ਨਾਲ ਜੁੜੇ ਹੋਏ ਨੇ ਉਹ ਇੱਥੇ ਤੇ ਉੱਥੇ ਦੋਹਾਂ ਜਹਾਨਾਂ 'ਚ ਸ਼ੋਭਾ ਪਾਉਂਦੇ ਹੈ। ਹੁਣ ਹੰਸ ਰਾਮ ਜਿਹੜਾ ਪਾਟੇ ਕੱਪੜਿਆਂ ਵਾਲਾ, ਗਰੀਬੀ ਦੀ ਰੇਖਾ ਤੋਂ ਥੱਲੇ, ਗੁਰੂ ਨਾਨਕ ਦੇ ਘਰ 'ਚ ਆਇਆ ਸੀ। ਸਤਿਗੁਰਾਂ ਨੇ ਉਸ ਨੂੰ ਸੁੰਦਰ ਬਣਾ ਕੇ ਸੁੰਦਰ ਵਸਤਰ ਵੀ ਪਹਿਨਾ ਦਿੱਤੇ ਘਰੋਂ। ਔਰ ਗੁਰੂ ਪਿਆਰਿਓ ਤਿਆਰ ਪ੍ਰਤਿਆਰ ਕਰਕੇ ਹਾਥੀ 'ਤੇ ਬਿਠਾ ਕਰਕੇ ਜਦ ਭੇਜਿਆ ਨਾ ਕਹਿਲੂਰ ਨੂੰ, ਕਿਰਪਾਲ ਚੰਦ ਕਟੌਚੀਆ, ਕਟੌਚ ਦੇ ਇਲਾਕੇ ਨੂੰ ਭੇਜਿਆ। 22 ਧਾਰ ਦੇ 22 ਰਾਜੇ ਸੀ, 22 ਧਾਰਾਂ ਬਹਿੰਦੀਆਂ ਸੀ। ਇੱਕ ਨਦੀ 'ਤੇ ਜਿੰਨੀ ਧਰਤੀ ਪੈਂਦੀ ਸੀ ਉਹਦਾ ਇੱਕ ਰਾਜਾ ਹੁੰਦਾ ਸੀ। ਅਤੇ ਕਟੌਚ ਦਾ ਰਾਜਾ ਕਿਰਪਾਲ ਚੰਦ ਕਟੌਚੀਆ। ਅਤੇ ਜਿਸ ਵੇਲੇ ਨਗਾਰਾ ਵੱਜਦਾ ਜਾ ਰਿਹਾ ਹੈ, ਹੰਸ ਰਾਮ ਜਿਹੜਾ ਹੈ ਹਾਥੀ 'ਤੇ ਬੈਠਾ ਹੈ, ਨਾਲ ਘੋੜ ਸਵਾਰ 20-25 ਸਿੰਘ ਜਾ ਰਹੇ ਨੇ। ਅਤੇ ਕਿਤੇ ਇਹ ਪਿਆ ਇਹਦਾ ਖੜਕਾ ਕਿਰਪਾਲ ਕਟੌਚੀਏ ਦੇ ਕੰਨ 'ਚ। ਉਹਨੇ ਸੋਚਿਆ ਵੀ ਕੋਈ ਰਾਜਾ ਆ ਰਿਹਾ। ਉਹ ਕਹਿੰਦੇ ਆਪਣੇ ਘਰਾਂ 'ਚੋਂ ਮਹਿਲਾਂ 'ਚੋਂ ਘਰ 'ਚੋਂ ਬਾਹਰ ਆ ਗਿਆ ਅਤੇ ਬਾਹਰ ਆ ਕੇ ਦੇਖਦਾ ਵੀ ਇਹ ਕੋਈ ਰਾਜਾ ਆ ਰਿਹਾ, ਹਾਥੀ 'ਤੇ ਸਵਾਰ ਹੈ, ਨਾਲ ਫੌਜ ਹੈ, ਨਾਲ ਨਗਾਰਾ ਹੈ। ਹਾਥੀ ਦੇ ਕੋਲ ਆ ਕੇ ਹੱਥ ਬੰਨ੍ਹ ਕੇ ਕਹਿਣ ਲੱਗਿਆ ਰੁਕਿਓ। ਸਾਰੇ ਖੜ੍ਹ ਗਏ। ਹਾਥੀ ਵੀ ਖੜਾਤਾ ਮਹਾਵਤ ਨੇ। ਕਿਰਪਾਲ ਚੰਦ ਕਟੌਚੀਆ ਹੱਥ ਬੰਨ੍ਹ ਕੇ ਕਹਿੰਦਾ ਜੀ ਤੁਸੀਂ ਕਿੱਥੋਂ ਦੇ ਰਾਜੇ ਹੋ? ਅੱਜ ਹੰਸ ਰਾਮ ਨੂੰ ਇੱਕ ਮੌਕੇ ਦਾ ਰਾਜਾ ਹੱਥ ਬੰਨ੍ਹ ਕੇ ਪੁੱਛਦਾ, ਜਿਸ ਹੰਸ ਰਾਮ ਨੂੰ ਕੋਈ ਸਟੇਜ 'ਤੇ ਕਵਿਤਾ ਨਹੀਂ ਗਾਉਣ ਦਿੰਦਾ ਸੀ। ਕਹੋ ਸਤਨਾਮ ਸ੍ਰੀ। ਉਹ ਹਾਥੀ 'ਚ ਬੈਠੇ ਨੂੰ ਪੁੱਛਦਾ ਹੈ ਕਿਰਪਾਲ ਕਟੌਚੀਆ ਵੀ ਜੀ ਤੁਸੀਂ ਕਿੱਥੋਂ ਦੇ ਰਾਜੇ ਹੋ? ਕਹਿੰਦਾ ਮੈਂ ਤਾਂ ਕਿਤੋਂ ਦਾ ਰਾਜਾ ਨਹੀਂ, ਸੱਚ ਦੱਸੀ ਜਾਂਦਾ ਨਾ। ਵਡਿਆਈ ਤਾਂ ਗੁਰੂ ਦੀ ਕਰਨੀ ਚਾਹੀਦੀ ਆਪਾਂ ਨੂੰ। ਸਤਿਗੁਰ ਸਿੱਖ ਦੀ ਵਡਿਆਈ ਕਰਾਉਂਦੇ ਆ, ਸਿੱਖ ਗੁਰੂ ਦੀ ਵਡਿਆਈ ਕਰਦਾ। ਸਤਿਗੁਰ ਨੂੰ ਆਪਣੀ ਵਡਿਆਈ ਭਾਵਦੀ, ਗੁਰਸਿੱਖਾਂ ਕੀ ਜੈਕਾਰ ਕਰਾਵੇ। ਸਤਿਗੁਰ ਨੇ ਹੰਸ ਰਾਮ ਦੀ ਵਡਿਆਈ ਕਰਾਤੀ ਦੁਨੀਆ ਵਿੱਚ। ਅਤੇ ਕਿਰਪਾਲ ਚੰਦ ਕਹਿੰਦਾ ਕਿੱਥੋਂ ਦਾ ਰਾਜਾ ਹੈ? ਅਤੇ ਹੰਸ ਰਾਮ ਕਹਿਣ ਲੱਗਿਆ ਮੈਂ ਤਾਂ ਕੋਈ ਰਾਜਾ ਨਹੀਂ ਗਾ। ਹੋਰ ਫਿਰ ਤੂੰ ਹਾਥੀ 'ਤੇ ਕਿਵੇਂ ਬੈਠਾ, ਨਾਲ ਹੈ ਸਾਰਾ ਸਮਾਨ? ਅੱਛਾ ਚਾਹੋ ਮੈਂ ਤਾਂ ਗੁਰੂ ਨਾਨਕ ਦੇ ਘਰ ਦਾ ਮੰਗਤਾ। ਕਹਿੰਦੇ ਹੈ ਮੈਂ ਗੁਰੂ ਗੋਬਿੰਦ ਸਿੰਘ ਅਨੰਦਪੁਰ ਸਾਹਿਬ ਵਾਲਿਆਂ ਦਾ ਮੰਗਤਾ। ਉਹ ਹੈਰਾਨ ਹੋ ਗਿਆ, ਜਿਸ ਘਰ ਦੇ ਮੰਗਤੇ ਇੰਨੇ ਠਾਠ ਨਾਲ ਰਹਿੰਦੇ ਆ, ਉਸ ਘਰ ਦੇ ਜਿਹੜੇ ਅਮੀਰ ਹੋਣਗੇ ਉਹ ਕਿੰਨੇ ਕੁ ਤਕੜੇ ਹੋਣਗੇ। ਉਹ ਆਪ ਕਿੰਨਾ ਤਕੜਾ ਹੋਵੇਗਾ। ਤੋ ਇਸ ਤਰ੍ਹਾਂ
सतगुरु अमरदास महाराज जी अज के शब्द में परमेश्वर की सिफत करते हैं, तो गुरु गोबिंद सिंह जी गुरु नानक दी गुरुआं की सिफत जी परमेश्वर की भी सिफत आ। आप नरैन कला धार जग में परवरियो, निरंकार आकार जोत जग मंडल करियो। वो आप निरंकार जिहड़ा सी नानक बन के दुनिया में आया। जिन्हों ने इस गल नूं समझिया, गुरमुख होवे सोई बूझे, गुण कह गुणी समावणिया। हाँ वारी जियो वारी हर का नाम मन वसावने। गुरु अमरदास जी की हड्ड बीती है ना। किसी वेले ये गंगा दे यात्री सी, ते जदों गुरु अंगद देव जी ने कृपा की, अज संसार उन्होंने चरणों च मत्थे टेकदा है। ते की कहंदा है, भले अमरदास गुण तेरे, तेरी उपमा तोहे बने आवे। भी तेरे वर्गी सिफत हुण असीं बराबर इहदे किसे दी कर नहीं सकते। भट्टां ने लिखिया जे एक अर्थ करिए भले तो बहुत चंगे गुण है तेरे, ते जे भले लिख दिए तो उन्हां दी वंश दा जो गोत सीगा ये भी हो सकता, क्योंकि विच सोढी भले खैरे आदि जिहड़े जिहड़े गोत सी वो भी नाल नाल वरत्या ताकि पता लगे भी गल किहदी कीती जा रही है। भले अमरदास गुण तेरे, तेरी उपमा तोहे बने आवे। ते गुरु अमरदास महाराज जी ने सिफत की हरमंदर साहब की, अमृतसर की, क्योंकि यदी जानकारी गुरु अमरदास जी ने दी सी रामदास नूं भी पुत्र ए इलाका तेरा 1000 किला जमीन बीबी भानी नूं राजा पटा देगा लिख के। जिवें आपां रिश्ते जर जाइए तो किसी बच्चे नूं 10 रुपये दे दिंदे, जिहो जी अपनी पहुँच 50 दे दिंदे, 100 दे दिंदे आ। हुण वो राजा सीगा ते राजा को सेवा करनी चाहुंदा, बाबा जी तो लैंदे नहीं सी किसी तो कुछ। बस जो राशन आउंदा सी वो बनाउंदे, आथन तक वरत जांदा, दूजे दिन नवां राशन आउंदा, पैसे लैंदे ही नहीं सी। राजा कहना मेरे खजाने चों लंगर चलूगा। पातशाह कहने बिल्कुल नहीं, ये लंगर संगत चला सकती है। महाराज मैं कुछ तो सेवा करनी चाहना। इतने छोटे खेडते बीबी भानी जी आ गए, कहते जी मैं बच्ची नूं प्यार दे सकना? कहते हो तेरी मर्जी आ। तो उन्हें कागज़ उत्ते 1000 घुमां की जमीन जो माझे के इलाके की है, हरमंदर साहब के इलाके की, पटा लिखता। पटा हुंदा ते कोई टैक्स नहीं, ये मैं सारी दान विच प्यार विच बीबी भानी नूं दिंदा हाँ। तो जब शादी हो गई बीबी भानी दी, फिर अमरदास मार ने रामदास जी नूं गुरता गद्दी देण वेले कहा पुत्रा तुहाडी धरती उत्थे है, दिता लईए अपना अन दिता किश हथ न आवे। ये इलाका किसी वेले सोढियां दा सीगा, सोढियां ने बेदियां नूं दिता सी, अज बेदियां ने मोड़ के सोढियां नूं दे दिता है। उत्थे ना अमृत घुंड है, कोनू लभो। फिर उत्थे टक लाया सी जिथे छपड़ी बन गई सी, जिथे कोड़ी राजी होया सीगा रजनी दा, उत्थे छपड़ी जी बन गई सी, क्योंकि पूरा नहीं सी होया काम। ते विचाल दी रामदास जी नूं वापस बुला लिया। उस तो बाद रामदास जी ज्योति जोत समा गए। फिर उस छपड़ी नूं प्रगट किया 5वें पातशाह जी ने। खैर कहण तो भाव है कि गुरु अमरदास महाराज जी जदों गुरता गद्दी ते विराजमान होए, फिर वो गल्लां करदे आ, विचारां दसदे आ कि किन्ना चंगा, जिहड़ा उहदे गुण गाउंदा वो भी चंगा, मैं वो तो भी बलिहारे जाना। हाँ वारी जियो वारी हर का नाम मन वसावणिया। जो सच लागे से आंदण जागे। जिहड़े सच नाल जुड़ पे वो सुचेत हो गए। आंदण जागे भाव हर वक्त सुचेत हो गए, परमेश्वर नाल जुड़ते आ। जागण का मतलब नहीं कि रात को सौंदे नहीं, जागण का मतलब उन्होंने सोझी आ गई। जिहड़े परमेश्वर नाल जुड़ गए उन्होंने सोझी आ गई। जो सच लागे से आंदण जागे, दर सच्चै शोभा पावणिया। इत्थे ते उत्थे दोहां जहानां विच उन्हां दी वडियाई हुंदी आ। जिवें हंस राम जी दी इत्थे कराती, उत्थे भी हुंदी आ। रे रे दरगह कहे न कहू आओ बैठ। आदर सुख देव, जिवें दरबार साहिब च कोई आउंदा भीड़ बहुत आ, पर फिर भी कोई संगत आ जाती है तो आपां आपदा गोडा हिला के थोड़ा थां बना के इत्थे बैठो भाई साहब। ये प्यार गुरु कराउंदा है। कहो सतनाम श्री। रे रे दरगह कहे न कहू आओ बैठ। आदर सुख देव, ओए कौन है तू? गुरु की हजूरी च परमेश्वर के सचखंड च ये बचन नहीं बोलिया जाता। कहो सतनाम।
प्यार नाल बोलिया जाता है। मेरे प्रीतम जी कहते आंडन जागे दर सच्चा शोभा पावनिया ओ एथे ते ओथे होवे सिफत खसम दी नूर अरसों कुरसों झट्टी है तुद डिठै सच्चे पातशाह मल जन्म जन्म दी कट्टी है। वो निर्मल है, सानू निर्मल होना पऊगा तां निर्मल हो के उहदे विच समा सकदे हां। सिखां ने पुछिया जी उहदे विच किवें मिलियो, किहो जिहा है? कहंदी वो निर्मल है, तुसीं भी निर्मल हो जाओ। भांडा धोए वैस धूप देवो रहाओ आप सुनै ते आपे वेखै। वो परिपूर्ण परमेश्वर सानू साजन वाला साडियां सुनदा भी है, सानू वेखदा भी है। जिसनों नदर करे सोई जन लेखै। जिन्हां ते उहदी निगाह पै गई, जिवें हंसराम ते पै गई, उहदा जीवन सफला करता पातशाह ने। जिसनों नदर करे सोई जन लेखै, उहनां दा जीवन लेखे च पै गया। एक किरपा करके लाउंदा भी आपे ही आ। आपे लाए लए सो लागै। जिहड़ा अपनी चरनी लाउणा ये भी उहदी किरपा नाल ही है। तुमरी किरपा ते मानुख दे पाई है देहो दरस हर आया। तेरा कीता जातो नाही मैनू जो कीतो ही आ ताबिया बिठाउणा सतगुर दे ये भी उहदी किरपा ही है। उन्होंने आप बिठाया कोई सतनाम श्री। तो पंजवें पातशाह जी ग्रंथ साहिब जी की संपूर्णता करके एक संपूर्णता की आ हरमंदर साहब अमृतसर विखे। जिस वेले गुरु अर्जन देव महाराज जी को भाई साहब भाई गुरदास जी ने कहा कि महाराज बाणी विच रला हो रहा है। कुछ लोग गुरु की रीस करके शब्द लिखते हैं थले नानक शब्द पा देंगे है। हाँ जिमें मेहरबान पुत्र पिरथीए दा भाई गुरदास जी ने खोज की, पता लग्या भी लोग आपदियां मनमत दियां गल्लां लिख लिख के किताबां रखी जाते न थले नानक की मोहर ला के। तो ये तो आने वाले समय में बड़ा चक्कर पै जू संगत नूं। समझ नहीं आती किहड़ी बाणी गुरु की है तो किहड़ी नकली है तो किहड़ी असली है। क्योंकि तीजे पातशाह ने कच्ची बाणी पक्की बाणी की गल की सी पहला। मेहरबान पुत्र पिरथीए दा तिनपी बाणी बहुत बनाई भोग श्री नानक का पाई। वो थले नानक लिख दिंदा। की करिए? गुरु अर्जन देव महाराज कहते कि आप जिन्नी बाणी गुरुआं दी है उन्होंने एक जल्द च कर दें, फिर भावें लिखी जान लोग, आप उत्ते मोहर ला देंगे। तो गोइंदवाल साहब तो चारे पोथियां लियांदियां गईयां। चारे पोथियां लिया के एक बीड़ तैयार हो गई। जिथे अज प्रैस लगी है श्रोमणी कमेटी की, जिथे पोथियां छपदियां ग्रंथ साहब अपने पोथियां गुटके वगैरह नितनेम की बाणी सारी छपदी है उत्थे। तो उत्थे संपूर्ण करके ये पहली बार की गल करदा। संपूर्णता दिवस वैसे दमदमा साहब तलवंडी मनाया जाता, पर पहली बार भीड़ उत्थे तैयार हुई जिहदे विच पहले पंजां गुरुआं की बाणी सी, भगतां की बाणी सी। तो अज जो दिहाड़ा है ये संपूर्णता दिवस के रूप संगतां ने मनाया जगह जगह के उत्ते हर साल मनाया जाता है। अज के दिहाड़े का कुछ इस तरह गुरु प्यारो बख्शिश है सतगुर वालों कि ਸਿੰਘਾਂ ने बेनती की सी सतगुਰਾਂ ਨੂੰ महाराज सानू गुरबाणी के अर्थ सुना दिओ, सानू गुरबाणी के अर्थ सुना दिओ। तुहाडे मुखों सुनांगे तो सानू तसल्ली हो जाए भी बाणी च की लिखिया। तो पातशाह कहने कोई नहीं, जंगा युद्धां तो विहले होकर सुनावांगे। फिर महाराज किवें करिए? कहने कोई गल नहीं, समा आवेगा तुहानू अर्थ मैं करके देऊँगा। तो समा आया मुक्तसर साहब के जंग तो बाद फिर इत्थे पहुँचे पातशाह। फिर कोई जंग नहीं होया। इत्थे सिंघां ने फिर बेनती की, दमदमा साहब तलवंडी आके जद रुके, कहते फिर इदां करो तुसी जाओ करतारपुर। धीरमल को ना पंजवें पातशाह वाला सरूप है गुरु ग्रंथ साहब जी का, वो लैके आओ, तुहानू उहदे अर्थ करके सुना दिंदे आ। इतिहास लिखता है कि 25 ਸਿੰਘਾਂ का जथा सतगुरां ने भेजिया कि जाओ सतकार शहर सरूप लैके आओ। जिस वेले वो सिंह गए धीरमल कोल, बेनती की भाई असी जो जिसनों उस वेले बीड़ कहते सी, आद बीड़, आरंभता के नाम भी लिखिया आद श्री गुरु ग्रंथ साहब, आद बीड़ भी लिखिया कई ग्रंथों के। कहते असी बीड़ साहब लैन वास्ते आए हैं, सानू दिओ।
तो ਧੀਰਮਲ ਕਹਿਣ ਲੱਗੇ ਤਾਂ ਸਾਡਾ। ਕਹਿੰਦੇ ਉਹ ਵੀ ਤੁਹਾਡੇ ਹੀ ਆ, ਗੁਰੂ ਗੋਬਿੰਦ ਸਿੰਘ ਜੀ ਨੇ ਮੰਗਵਾਇਆ, ਉਹਨਾਂ ਨੇ ਸਾਨੂੰ ਅਰਥ ਕਰਕੇ ਬਾਣੀ ਦੇ ਸੁਣਾਉਣੇ ਆ। ਧੀਰਮਲ ਕਹਿੰਦਾ ਇਹ ਤਾਂ ਸਾਡੇ ਬਾਬਿਆਂ ਦਾ, ਉਹ ਤਾਂ ਸਾਡੇ ਗੁਰੂ ਪੰਜਵੇਂ ਪਾਤਸ਼ਾਹ ਦਾ ਲਿਖਿਆ ਹੋਇਆ, ਸਾਡੇ ਦਾਦੇ ਪੜਦਾਦਿਆਂ ਨੇ ਲਿਖਿਆ ਹੋਇਆ। ਕਹਿੰਦੀ ਉਹ ਵੀ ਆਪਣਾ ਹੀ ਆ, ਤੁਹਾਡੇ ਤੇ ਸਾਡੇ ਵਾਲੀ ਕਿਹੜੀ ਗੱਲ ਹੈ, ਉਹ ਵੀ ਤੁਹਾਡਾ, ਉਹ ਵੀ ਤੁਹਾਡਾ, ਸਾਰੇ ਇਕੱਠੇ ਹੀ ਆਪਾਂ, ਸੋਢੀ ਭੱਲੇ ਸਾਰੇ ਇੱਕੋ ਹੀ ਆ। ਤਾਂ ਉਹ ਕਹਿੰਦੇ ਨਹੀਂ ਨਹੀਂ, ਜੇ ਉਹ ਗੁਰੂ ਹੈ ਤੇ ਆਪਦਾ ਆਪੇ ਲਿਖ ਲੈ, ਮੈਂ ਨਹੀਂ ਦਿੰਦਾ ਗਾ। ਕਹੋ ਸਤਨਾਮ ਸੀ, ਮੈਂ ਨਹੀਂ ਦਿੰਦਾ ਇਹ ਗ੍ਰੰਥ, ਉਹ ਆਪਦਾ ਆਪੇ ਲਿਖ ਲੈ। ਹੁਣ ਸਿੰਘਾਂ ਨੇ ਲੜਨਾ ਥੋੜ੍ਹਾ ਸੀਗਾ, ਉਹਨੇ ਇਹ ਬਚਨ ਕੀਤਾ, ਪਾਤਸ਼ਾਹ ਕੋਲ ਵਾਪਸ ਆ ਗਏ। ਹਾਂ ਵੀ ਸਿੰਘੋ ਕੀ ਬਣਿਆ? ਮਹਾਰਾਜ ਜੀ ਉਹਨੇ ਦਿੱਤਾ ਨਹੀਂ ਗਾ। ਕਹਿੰਦੇ ਕੀ ਕਹਿੰਦਾ? ਉਹ ਕਹਿੰਦਾ ਇਹ ਸਾਡੇ ਬਾਬਿਆਂ ਦਾ। ਹੋਰ ਕੀ ਕਹਿੰਦਾ ਸੀਗਾ? ਹੋਰ ਕਹਿੰਦਾ ਸੀ ਜੇ ਉਹ ਗੁਰੂ ਹੈ ਤੇ ਆਪਦਾ ਆਪੇ ਲਿਖ ਲੈ। ਹੁਣ ਜਿਹੜੀ ਚਿੱਠੀ ਤੁਸੀਂ ਲਿਖੀ ਹੈ ਉਹ ਦੁਬਾਰੇ ਵੀ ਲਿਖ ਸਕਦੇ ਹੋ। ਜੇ ਉਹ ਪੰਜਵੇਂ ਜਾਮੇ ਲਿਖ ਸਕਦੇ, 10ਵੇਂ ਜਾਮੇ 'ਚ ਵੀ ਤਾਂ ਉਹੀ ਹੈ ਨਾ, ਆਪ ਨਰੈਣ, ਆਪ ਨਾਨਕ ਹੈ, ਆਪ ਹੀ ਗੋਬਿੰਦ ਸਿੰਘ ਹੈ। ਬਾਦਸ਼ਾਹ ਨੇ ਕਿਹਾ ਠੀਕ ਹੈ ਬਸ ਚਲੋ, ਇਹ ਵੀ ਚੰਗਾ ਹੋਇਆ ਉੱਥੋਂ ਬਚਨ ਆ ਗਿਆ ਉਸ ਗ੍ਰੰਥ ਸਾਹਿਬ ਕੋਲੋਂ। ਆਪਾਂ ਨੂੰ ਬਚਨ ਚਾਹੀਦਾ ਸੀਗਾ, ਕੋਈ ਗੱਲ ਨਹੀਂ। ਧੀਰਮਲ ਨੇ ਬਚਨ ਭੇਜਤਾ। ਤਾਂ ਫਿਰ ਸ੍ਰੀ ਦਮਦਮਾ ਸਾਹਿਬ ਬੈਠ ਕੇ ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ, ਇਹਨਾਂ ਦੋਹਾਂ ਨੂੰ ਚੁਣਿਆ ਗਿਆ। ਲਿਖਾਰੀ ਬਾਬਾ ਭਾਈ ਮਨੀ ਸਿੰਘ ਜੀ, ਬਾਬਾ ਦੀਪ ਸਿੰਘ ਜੀ ਸਹਾਇਕ ਲਿਖਾਰੀ, ਜਿਨ੍ਹਾਂ ਨੇ ਕਾਗਜ਼ਾਂ ਦਾ ਇੰਤਜ਼ਾਮ ਕਰਨਾ, ਕਲਮਾਂ ਦਾ ਕਰਨਾ, ਸ਼ਾਹੀ ਦਾ ਕਰਨਾ। ਫਿਰ ਇੱਥੇ ਬੈਠ ਕਰਕੇ ਸਤਿਗੁਰਾਂ ਨੇ ਰੋਜ਼ਾਨਾ ਗੁਰਬਾਣੀ ਦੁਆਰਾ ਲਿਖਣੀ ਸ਼ੁਰੂ ਕੀਤੀ ਆਪਣੇ ਅਨੁਭਵ ਦੇ ਨਾਲ, ਕਿਉਂਕਿ ਪਹਿਲੇ ਜਾਮੇ ਵਾਲਾ ਵੀ ਉਹੀ ਹੈ, 10ਵੇਂ ਵਾਲਾ ਵੀ ਉਹੀ ਹੈ। ਫਿਰ ਉਹ ਤੋਂ ਕੀ ਗੁੱਝਾ ਰਹਿ ਸਕਦਾ। ਅਤੇ ਜਿੰਨੀ ਬਾਣੀ ਅੰਮ੍ਰਿਤ ਵੇਲੇ ਲਿਖਦੇ ਆ, ਦਿਨ ਚੜ੍ਹਨ ਤੋਂ ਪਹਿਲਾਂ ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਬਣਾ ਕੇ ਲਿਖਦੇ ਆ, ਆਪ ਅੰਮ੍ਰਿਤ ਵੇਲੇ ਬੈਠ ਕੇ ਲਿਖਾਉਂਦੇ ਆ, ਤੰਬੂ 'ਚ ਬੈਠ ਕੇ। ਇੱਥੇ ਵੀ ਸਰੋਵਰ ਹੈ ਪ੍ਰੈਸ ਦੇ ਕੋਲ ਅੰਮ੍ਰਿਤਸਰ ਸਾਹਿਬ ਵਿਖੇ, ਅਤੇ ਇੱਥੇ ਵੀ ਸਰੋਵਰ ਹੈ ਲਿਖਣਸਰ ਦਮਦਮਾ ਸਾਹਿਬ ਤਲਵੰਡੀ, ਜਿਸ ਦੇ ਵਿੱਚੋਂ ਜਲ ਲਿਆ ਲਿਖਣ ਵਾਸਤੇ। ਤਾਂ ਇੱਥੇ ਬੈਠ ਕੇ ਫਿਰ ਸਤਿਗੁਰਾਂ ਨੇ ਤੰਬੂ ਲਾਇਆ, ਜਿੱਥੇ ਹੁਣ ਤਖਤ ਸਾਹਿਬ ਹੈ ਦਮਦਮਾ ਸਾਹਿਬ ਦਾ, ਇੱਥੇ ਤੰਬੂ ਲਾ ਕੇ ਉੱਚੇ ਥਾਂ 'ਤੇ ਲਿਖਾਰੀ ਮਨੀ ਸਿੰਘ ਜੀ ਲਿਖਦੇ ਆ, ਬਾਬਾ ਦੀਪ ਸਿੰਘ ਜੀ ਤਿਆਰੀ ਕਰਕੇ ਦਿੰਦੇ ਆ, ਸਾਰੇ ਕੋਲ ਬੈਠ ਕਰਕੇ ਗੁਰੂ ਗੋਬਿੰਦ ਸਿੰਘ ਜੀ ਉਚਾਰਨ ਕਰਦੇ ਆ। ਔਰ ਜਦੋਂ ਪੰਜਵੇਂ ਪਾਤਸ਼ਾਹ ਜੀ ਦੀ ਬਾਣੀ ਪੂਰੀ ਹੋ ਜਾਂਦੀ ਹੈ, ਅਤੇ ਫਿਰ ਅੱਗੇ 9ਵੇਂ ਪਾਤਸ਼ਾਹ ਦੀ ਬਾਣੀ ਲਿਖਦੀ ਹੈ, ਜਿਹੜੀ ਉਹਨਾਂ ਨੇ ਦਿੱਲੀ ਵਿੱਚ ਬੈਠ ਕੇ ਉਚਾਰੀ ਜਾਂ ਹੋਰ ਕਿਤੇ ਵੀ ਉਚਾਰੇ। ਉਹ ਬਾਣੀ ਸਾਰੀ ਗੁਰੂ ਗੋਬਿੰਦ ਸਿੰਘ ਜੀ ਕੋਲ ਸੀਗੀ, ਉਹ ਇਹਨਾਂ ਨੇ ਫਿਰ ਵਿੱਚ ਐਡ ਕਰਤੀ, ਲਿਖ ਦਿੱਤੀ। ਲਿਖਣ ਤੋਂ ਬਾਅਦ ਉਸ ਤੋਂ ਅੱਗੇ ਭਗਤਾਂ ਦੀ ਬਾਣੀ ਲਿਖਦੇ ਆ, ਭਗਤਾਂ ਤੋਂ ਅੱਗੇ ਭੱਟਾਂ ਦੀ ਬਾਣੀ, ਜੋ ਵੀ ਇੰਨ ਬਿੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪੰਜਵੇਂ ਪਾਤਸ਼ਾਹ ਨੇ ਪਾਇਆ ਸੀ ਉਹ ਵੀ ਸਾਰਾ, ਅਤੇ 9ਵੇਂ ਪਾਤਸ਼ਾਹ ਦੀ ਬਾਣੀ ਜਿਹੜੀ ਬਾਅਦ ਵਿੱਚ ਉਚਾਰੀ ਗਈ ਉਹ ਵੀ ਸਾਰੀ ਵਿੱਚ ਪਾ ਕੇ ਅੱਜ ਦੇ ਦਿਨ 'ਤੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਗ੍ਰੰਥ ਸਾਹਿਬ ਸੰਪੂਰਨ ਕਰ ਲਿਆ ਸੀ। ਸੰਪੂਰਨ ਕਰਨ ਤੋਂ ਬਾਅਦ ਭਾਈ ਦੀਪ ਸਿੰਘ ਜੀ ਨੂੰ, ਬਾਬਾ ਦੀਪ ਸਿੰਘ ਨੂੰ ਹੁਕਮ ਕੀਤਾ ਕਿ ਤੁਸੀਂ ਇਸ ਦੇ ਉਤਾਰੇ ਕਰੋ। ਹੁਣ ਇੱਥੇ ਬੈਠ ਕੇ ਫਿਰ ਉਤਾਰੇ ਕੀਤੇ ਗਏ, ਜਿਨ੍ਹਾਂ ਦੇ ਵਿੱਚੋਂ ਇੱਕ ਉਤਾਰਾ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਨਾਲ ਲੈ ਗਏ, ਅਤੇ ਬਾਕੀ 4 ਤਖਤਾਂ 'ਤੇ ਭੇਜਤੇ। ਕਦੋਂ ਭੇਜੇ? ਜਦੋਂ ਉੱਥੋਂ ਹੁਕਮ ਹੋਇਆ ਗੁਰਤਾ ਗੱਦੀ ਦਿੱਤੀ ਗਈ ਜਿਸ ਦਿਨ, ਕਹੋ ਸਤਨਾਮ, ਜੋ ਨੰਦੇੜ ਸਾਹਿਬ ਵਿਖੇ ਮਨਾਇਆ ਜਾਂਦਾ। ਗੁਰਤਾ ਗੱਦੀ ਦਿਵਸ ਨੰਦੇੜ ਸਾਹਿਬ ਮਨਾਇਆ ਜਾਂਦਾ, ਸੰਪੂਰਨਤਾ ਦਿਵਸ ਦਮਦਮਾ ਸਾਹਿਬ ਤਲਵੰਡੀ ਮਨਾਇਆ ਜਾਂਦਾ, ਅਤੇ ਪਹਿਲਾ ਪ੍ਰਕਾਸ਼ ਜਿਹੜਾ ਹੈ ਉਹ ਅੰਮ੍ਰਿਤਸਰ ਸਾਹਿਬ ਵਿਖੇ ਮਨਾਇਆ ਜਾਂਦਾ। ਜਦੋਂ ਪਹਿਲਾ ਪ੍ਰਕਾਸ਼ ਗੁਰੂ ਅਰਜਨ ਦੇਵ ਜੀ ਨੇ ਕਰਵਾਇਆ ਸੀ, ਜਿਸ ਵੇਲੇ ਸੰਪੂਰਨ ਹੋਈ ਭੀੜ ਰਾਮਸਰ ਸਰੋਵਰ ਦੇ ਕਿਨਾਰੇ ਤੋਂ ਲੈ ਕੇ ਆਏ। ਪਾਤਸ਼ਾਹ ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਆਪਣੇ ਸੀਸ 'ਤੇ ਸਵਾਰਾ ਕੌਣ ਲਊਗਾ? ਸਾਰੇ ਹੱਥ ਬੰਨੇ ਖੜੇ, ਜੀ ਤੁਸੀਂ ਦੱਸੋ, ਹੁਕਮ ਕਰੋ। ਕਹਿੰਦੇ ਵੀ ਇਸ ਨੂੰ ਸੀਸ 'ਤੇ ਲੈਣ ਦਾ ਹੱਕ ਰੱਖਦਾ ਬਾਬਾ ਬੁੱਢਾ। ਕਿਉਂ ਜੀ? ਕਿਉਂਕਿ ਇਹਨਾਂ ਨੇ 5 ਗੁਰੂਆਂ ਦੇ ਦਰਸ਼ਨ ਕੀਤੇ ਆ। ਕਹੋ ਸਤਨਾਮ ਸ੍ਰੀ। ਉੱਥੇ ਲਿਖਾਰੀ ਭਾਈ ਗੁਰਦਾਸ ਜੀ ਨੇ, ਇਹਨਾਂ ਨੇ 5 ਗੁਰੂਆਂ ਦੇ ਦਰਸ਼ਨ ਕੀਤੇ ਆ, ਮੈਂ ਤਾਂ 4 ਦੇ ਕੀਤੇ ਆ। ਅੱਜ ਅਸੀਂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਜਾਂਦੇ ਹਾਂ ਘਰੇ ਸਹਿਜ ਪਾਠ ਕਰਨ ਵਾਸਤੇ,
पहली गल तो पग्गां वाले नहीं जाते, मोने चले जाते हैं, रमाल बन के चले जाते हैं। तो गुरु साहब ने सानू सारी सिक्ख्या दी है कि गुरु ग्रंथ साहिब जी का अदब सत्कार किवें करना। जिन पै अदब न बाणी धारा सो सिख जानो नाहे हमारा। तो बाबा बुढ़ा जी के सीस उपर ग्रंथ साहिब प्रकाश किया, सुखासन किया, सवारा लिया तो लिया के अकाल तख्त वाली कोठड़ी साहिब दे विच गुरु प्यारू शामां नूं सुखासन करते हैं। तड़के उत्थों लिया के अमृत वेले ते हरमंदर साहिब विच पहला तैयारी की है, मंजी साहब वगैरह लाया, उत्थे विराजमान किया। तो फिर अचन होया, कहंदे बाबा बुढ़ा जी नूं कहंदे लिहो आवाज़ा, भाव हुक्मनामा लिहो, हुक्मनामा लो, खोलो ग्रंथ लिहो आवाज़ा, खोलो ग्रंथ सुने सा पंथ। उत्थे हुक्मनामा लिया गया। वो पहला प्रकाश दिहाड़ा संपूर्णता दिवस के उत्ते ही जदों प्रकाश किया गया पहली बार, तो उस वेले गुरु प्यारो इत्थे भी सतगुरां ने हुक्मनामा लिया। उत्थे पहला हुक्मनामा आया, संतां कै कारज आप खलोया, हर कम करावन आया राम। तो इत्थे गुरु प्यारो सतगुरु गोबिंद सिंह महाराज जी ने प्रकाश किया, अज के दिहाड़े ते संपूर्ण किया। तो जिस वेले गुरता गद्दी दिती गई नंदेड़ साहब विखे, उत्थे भी जाके जो हुक्मनामा लिया पहले दिन प्रकाश करके, जिद्दे गुरता गद्दी का तिलक दिंदे आ 10वें पातशाह जी 5 पैसे नाल मत्था टेक के, जिस वेले संगत नूं हुक्मनामा सुनाउंदे आ, अब चल नगर गोबिंद गुरु का नाम जपत सुख पाया राम। उस तो बाद सारे हुक्म देंदे आ, आग्या भई अकाल की तवै चलायो पंथ, सब सिखण को हुक्म है गुरु मान्यो ग्रंथ। तो वो सारे जिहड़े हुक्मनामे सतगुरां दे सन, ये सारे उस वेले भाई चौंपा सिंह, प्रहलाद सिंह आदि नाल लिखारी हुंदे सी, पुराने कवि, वो सब नोट करते रहंदे सी। आ जिहड़ा दोहरा बनाया ना आग्या भई अकाल की, ये उन्हां कवियां ने बनाया। गुरु साहब ने सीधा कहा सीगा, अज तो बाद तुहाडा गुरु ग्रंथ साहिब है, इसे नूं मत्था टेको सारे। बाणी गुरु गुरु है बाणी विच बाणी अमृत सारे, गुरबाणी कहे सेवक जन मानै परतः गुरु निस्तारे। बाणी विच भी लिखे है बचन, गुरु साहब ने वारता विच हुक्म दिते सीगे। ते जिहड़े वो सिंह सी नाल लखारी, जिन्हां ने रहतनामे हुक्मनामे पातशाह के समय समय के बचन नोट किए आ, उन्होंने ये बचन भी सुने। तो ये बचन सुन करके उन्होंने फिर ये दोहरा बना के सानू दे दिता, जिहड़ा कि सानू हुक्म होया कि इनू हर अरदास दे विच गाओ, ताकि नवे सिखां नू आउण वाले बच्चों नू ये गल याद रहे कि साडा गुरु श्री गुरु ग्रंथ साहिब है। आग्या भई अकाल की तवै चलायो पंथ, सब सिखन को हुक्म है गुरु मान्यो ग्रंथ। गुरु ग्रंथ जी मान्यो प्रगट गुरां की दे, जो प्रभ को मिलवो चाहे खोज शब्द में लेहे। 10 गुरुआं दे वेले असी गुरुआं नूं पुछ के खोज करते सी, पर यह तो हमेशा चाहिदा आउण वाले जुगां जुगांतरां तक। तो शरीर तो खत्म होंदे रहिंदे आ, बनते रहिंदे आ, पर शब्द कदे नहीं जाऊगा। तो शब्द गुरु नाल जुड़ना करो। शब्द धरती, शब्द आकाश, इसे शब्द ने सानू बनाया, इसे शब्द भी समाउणा। शब्द शब्द भया प्रकाश, सगल समग्री शब्द के पाछा नानक, शब्द घटा घटे आछा है। इहो गुरु साहब ने सानू हुक्म दिता, जो प्रभ को मिलवो चाहे खोज शब्द में लेहे। राज करेगा खालसा आकी रह न कोय, ख्वार होए सा मिलेंगे बचे शरण जो होए। आप सुना ते आपे वेखै। आप लड़ीवार शब्द नाल भी जुड़िए। वो परमेश्वर आप ही सब कुछ करता है। गुरुआं विच भी वो आप ही वरते है, वो आप ही गाउंदा है, आप ही सुनता है। साडे सब दे विच वो आप ही वरत रहा है। जिसनों नदर करे सोई जान लेखा है। जिन्हां ते कृपा दृष्टि पा दिंदा है, उन्हां तो कुछ भी करवा सकदा। आपे लाए लए सो लागै, गुरमुख सच कमावणिया। जिन्हों याद करा दे वो तो पता नहीं की कुछ लिखवा देवे, जिन्हों भुला देवे उन्होंने मुड़ के याद ही ना आवे। जिस आप भुलाए सो कित्थे हथ पाए। भाव जिहड़ा भटकना च पै गया, भुल गया परमेश्वर नूं। पूर्व लिखिया सो मेटना ना जाए, असल विच उहदे
ਪੂਰਬਲੇ ਕਰਮੀ ਇਹੋ ਜਿਹੜੇ ਪਾਤਸ਼ਾਹ ਤੋਂ ਵਿਛੜ ਕੇ ਆਸੇ ਪਾਸੇ ਭਟਕਦੇ ਫਿਰਦੇ ਐ, ਉਹ ਭੁੱਲੇ ਹੋਏ ਨੇ। ਜਿਨ ਸਤਿਗੁਰ ਮਿਲਿਆ ਸੇ ਵਡਭਾਗੀ, ਪੂਰੇ ਕਰਮ ਮਿਲਾਵਣੇ ਆ। ਤੇ ਉਹ ਵੱਡੇ ਭਾਗਾਂ ਵਾਲੇ ਆ ਜਿਹੜੇ ਗੁਰੂ ਦੀ ਲੜ ਲੱਗਦੇ ਆ, ਆਪਣਾ ਜੀਵਨ ਸਫਲਾ ਕਰਦੇ ਆ। ਬਹੁਤ ਬਹੁਤ ਵਧਾਈਆਂ ਸਰਬੱਤ ਸੰਗਤਾਂ ਨੂੰ ਅੱਜ ਦੇ ਪਵਿੱਤਰ ਸੰਪੂਰਨਤਾ ਦਿਵਸ ਦੀਆਂ, ਜਿਸ ਦਿਨ ਸਤਿਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਨੂੰ ਸੰਪੂਰਨ ਕਰਕੇ ਫਿਰ ਇੱਕ ਬੀੜ ਬੰਨ੍ਹ ਦਿੱਤੀ ਔਰ ਹੁਕਮ ਦਿੱਤਾ ਕਿ ਅੱਜ ਤੋਂ ਬਾਅਦ ਇਸ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰੋ। ਤੇ ਉਹ ਬੀੜ ਜਿਹੜੀ ਸੀ ਫਿਰ ਉੱਥੇ ਹੀ ਰਹਿ ਗਈ ਉਹਨਾਂ ਕੋਲੇ। ਤੇ ਸਤਿਗੁਰਾਂ ਦੇ 10ਵੇਂ ਪਾਤਸ਼ਾਹ ਜੀ ਦੇ ਹੁਕਮਾਂ ਮੁਤਾਬਕ ਫਿਰ ਸਾਰੀ ਸੰਗਤ ਗ੍ਰੰਥ ਸਾਹਿਬ ਜੀ ਦੇ ਲੜ ਲੱਗੀ। ਔਰ ਅੱਜ ਤੱਕ ਅਸੀਂ ਜੁਗਾਂ ਜੁਗਾਂਤਰਾਂ ਤੱਕ ਗੁਰਬਾਣੀ ਨੂੰ ਹੀ ਗੁਰੂ ਮੰਨਣਾ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰਤਹ ਗੁਰੂ ਨਿਸਤਾਰੇ। ਤੋਂ ਵਿਚਾਰਾਂ ਇੱਥੇ ਰੋਕਦੇ ਆ। ਸ਼ਬਦ ਦੇ 4 ਪਦੇ ਬਾਕੀ ਆ, ਉਹਨਾਂ ਵਿੱਚ ਸਤਿਗੁਰੂ ਕੀ ਬਖਸ਼ਿਸ਼ ਕਰਦੇ ਆ। ਜੀਵ ਆਤਮਾ ਪਈ ਅੜੈ ਧਨ ਆਂਡਣ ਸੁੱਤੀ, ਅਸੀਂ ਇੱਥੇ ਸੁੱਤੇ ਹੋਏ ਹਾਂ। ਕੰਤ ਵਿਸਾਰੀ ਅਵਗੁਣ ਮੁੱਤੀ, ਮਾਲਕ ਨੂੰ ਵਿਸਾਰ ਕੇ ਅਸੀਂ ਠੱਗੇ ਜਾ ਰਹੇ ਹਾਂ। ਆਂਡਣ ਸਦਾ ਫਿਰੇ ਬਿਨ ਲਾਂਦੀ, ਅਸੀਂ ਦੁਖੀ ਹਾਂ। ਬਿਨ ਪਰ ਨੀਂਦ ਨਾ ਪਾਵਣੇ ਆ, ਕਈਆਂ ਰਾਤ ਨੂੰ ਨੀਂਦ ਨਹੀਂ ਆਉਂਦੀ। ਪਾਤਸ਼ਾਹ ਕਹਿੰਦੇ ਸ਼ਬਦ ਨਾਲ ਟੁੱਟ ਕੇ ਕਦੇ ਵੀ ਨੀਂਦ ਨਹੀਂ ਆਉਂਦੀ ਗੀ। ਜਿਵੇਂ ਕੋਈ ਇਸਤਰੀ ਦਾ ਪਤੀ ਸ਼ਾਮਾਂ ਨੂੰ ਘਰ ਨਾ ਆਵੇ ਤੇ ਉਹਨੂੰ ਵੀ ਸਾਰੀ ਰਾਤ ਨੀਂਦ ਨਹੀਂ ਆਉਂਦੀ। ਕਹੋ ਸਤਨਾਮ, ਫਿਰ ਸਾਨੂੰ ਕਿਵੇਂ ਸ਼ਾਂਤੀ ਆ ਸਕਦੀ ਆ ਜੇ ਅਸੀਂ ਬਾਣੀ ਤੋਂ ਪਾਸੇ ਰਹਾਂਗੇ। ਇਸ ਕਰਕੇ ਬਾਣੀ ਨਾਲ ਜੁੜੀਏ। ਗੁਰਬਾਣੀ ਸਾਡਾ ਗੁਰੂ ਹੈ, ਗੁਰਬਾਣੀ ਹੀ ਪਰਮੇਸ਼ਰ ਵੀ ਹੈ। ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤੇ ਜੇਵੜ ਅਵਰ ਨਾ ਕੋਏ। ਇਹ ਬਾਣੀ ਇੱਥੇ ਗੁਰੂ ਹੈ, ਇਸੇ ਬਾਣੀ ਦਾ ਸੱਚਖੰਡ ਵਿੱਚ ਪ੍ਰਕਾਸ਼ ਹੈ। ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਹਾਜ਼ਰੀਆਂ ਲਵਾਈਆਂ। ਗੁਰੂ ਪਾਤਸ਼ਾਹ ਕਿਰਪਾ ਕਰਨ। ਰਹਿੰਦੀ